हेलो स्टूडेंट्स, ਆਪਾਂ ਇਕਨੋਮਿਕਸ ਦੀਆਂ ਦੋ ਡੈਫੀਨੇਸ਼ਨਸ ਕੀਤੀਆਂ ਸੀ। ਵੈਲਥ ਡੈਫੀਨੇਸ਼ਨ ਗਿਵਨ ਬਾय ਐਡਮ ਸਮਿਥ, ਧਨ ਸੰਬੰਧੀ ਪਰਿਭਾਸ਼ਾ ਜੋ ਕਿ ਐਡਮ ਸਮਿਥ ਨੇ ਦਿੱਤੀ ਸੀ। ਮਟੀਰੀਅਲ ਵੈਲਫੇਅਰ ਡੈਫੀਨੇਸ਼ਨ ਭੌਤਿਕ ਕਲਿਆਣ ਸੰਬੰਧੀ ਪਰਿਭਾਸ਼ਾ ਜੋ ਕਿ ਮਾਰਸ਼ਲ ਨੇ ਦਿੱਤੀ ਸੀ। ਨਾਓ ਵੀ ਆਰ ਗੋਇੰਗ ਟੂ ਡੂ ਥਰਡ ਡੈਫੀਨੇਸ਼ਨ, ਇਟ ਇਜ਼ ਕਾਲਡ scarcity definition, ਜਿਹਨੂੰ ਬੋਲਦੇ ਆ ਦੁਰਲਭਤਾ ਸੰਬੰਧੀ ਪਰਿਭਾਸ਼ਾ। ਸਭ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਦੁਰਲਭਤਾ ਜਾਂ ਸਕਾਰਸਿਟੀ ਕਹਿੰਦੇ ਕਿਹਨੂੰ। ਜਦੋਂ ਸਪੋਜ਼ ਆਪਾਂ ਇਹ ਤੋਂ ਐਗਜ਼ਾਮਪਲ ਲੈਂਦੇ ਹਾਂ ਕਿ ਅਸੀਂ ਬਾਜ਼ਾਰ ਦੇ ਵਿੱਚ ਕੋਈ ਚੀਜ਼ ਲੈਣ ਜਾਂਦੇ ਹਾਂ। ਮੈਨੂੰ ਜਿੱਦਾਂ ਹੁਣ ਪਿਛਲੀ ਵਾਰ ਸਾਨੂੰ ਪਤਾ ਕਿ ਪਿਆਜ਼ ਕਿੰਨੇ ਮਹਿੰਗੇ ਹੋਏ ਸੀ। ਜੇ ਸਪੋਜ਼ ਅਸੀਂ 10 kg ਅਨੀਅਨ ਲੈਣ ਜਾਂਦੇ ਹਾਂ ਬਟ ਸਾਨੂੰ ਉੱਥੇ ਉਹ ਨਹੀਂ ਮਿਲਦੇ, ਸਾਨੂੰ ਪਤਾ ਕਿ ਲੈਣ ਵਾਲੇ ਬਹੁਤ ਸਾਰੇ ਹੋਣਗੇ। ਸੋ ਜਦੋਂ ਵੀ ਕਿਸੇ ਵਸਤੂ ਦੀ ਜੋ ਡਿਮਾਂਡ ਜਦੋਂ ਉਸ ਵਸਤੂ ਦੀ ਸਪਲਾਈ ਤੋਂ ਵੱਧ ਹੋਵੇ ਤਾਂ ਉਹਨੂੰ ਬੋਲਦੇ ਆ ਸਕੈਰਸਿਟੀ ਜਾਂ ਦੁਰਲਭਤਾ, ਕਿ ਲੋਕ ਉਸ ਚੀਜ਼ ਦੀ ਡਿਮਾਂਡ ਬਹੁਤ ਜ਼ਿਆਦਾ ਕਰ ਰਹੇ ਆ ਬਟ ਉਹਨੂੰ ਪੂਰਾ ਕਰਨ ਲਈ ਸਪਲਾਈ ਉਸ ਚੀਜ਼ ਦੀ ਬਿਲਕੁਲ ਵੀ ਨਹੀਂ ਹੈ ਜਾਂ ਬਹੁਤ ਹੀ ਘੱਟ ਹੈ ਕਿ ਲੋਕਾਂ ਦੀ ਡਿਮਾਂਡ ਦੇ ਨਾਲ ਉਹ ਮੈਚ ਨਹੀਂ ਹੋ ਰਹੀ। ਸੋ ਉਹਨੂੰ ਬੋਲਦੇ ਆ ਸਕਾਰਸਿਟੀ। ਸੋ ਨੈਕਸਟ ਡੈਫੀਨੇਸ਼ਨ ਜਿਹੜੀ ਦਿੱਤੀ ਹੈ ਉਹ ਦਿੱਤੀ ਹੈ ਰੋਬਿਨਸ ਨੇ in his book An Essay on the Nature and Significance of Economic Science ਜੋ ਕਿ ਪਬਲਿਸ਼ ਹੋਈ ਸੀ ਇਨ 1932। ਇਹਦੇ ਵਿੱਚ ਕੀ ਆ, ਰੋਬਿਨਸ ਨੇ ਮੇਨ 4 ਪੁਆਇੰਟਸ ਕਲੀਅਰ ਕੀਤੇ ਆ। ਸਭ ਤੋਂ ਪਹਿਲਾਂ ਹੈ ਕਿ ਉਹਨੇ ਕਿਹਾ ਵਾਂਟਸ ਅਨਲਿਮਿਟਿਡ, ਕਿ ਸਾਨੂੰ ਪਤਾ ਹੈ ਸਾਡੀਆਂ ਜੋ ਲੋੜਾਂ ਨੇ ਉਹ ਨੇ ਅਸੀਮਤ। ਸੈਕਿੰਡ, ਉਹਨਾਂ ਨੂੰ ਪੂਰਾ ਕਰਨ ਵਾਲੇ ਜੋ ਸਾਧਨ ਨੇ ਉਹ ਕੀ ਨੇ, ਲਿਮਿਟਿਡ, ਸੀਮਤ ਸਾਧਨ। ਇਹ ਅਸੀਂ ਪਹਿਲਾਂ ਵੀ ਗੱਲ ਕੀਤੀ ਹੋਈ ਹੈ। ਜਦੋਂ ਸਾਡੇ ਕੋਲ ਸੀਮਤ ਸਾਧਨ ਹੋਣਗੇ ਤਾਂ ਉਹ ਵਾਲੇ ਸਾਧਨ ਕੀ ਹੁੰਦੇ ਨੇ, ਆਲਟਰਨੇਟਿਵ ਯੂਜ਼ਿਸ। ਵਿਕਲਪੀ ਪ੍ਰਯੋਗ ਜਾਂ ਜਿਹਨੂੰ ਬੋਲਦੇ ਆ ਬਹੁਤ ਸਾਰੇ ਪ੍ਰਯੋਗ। ਲਾਸਟ ਪ੍ਰੋਬਲਮ ਆਫ ਚੋਇਸ। ਸੋ ਇਹਦੇ ਵਿੱਚ ਰੋਬਿਨਸ ਕੀ ਕਹਿੰਦੇ ਨੇ ਕਿ ਜਿੱਦਾਂ ਅਸੀਂ ਪਹਿਲਾਂ ਕੀਤਾ ਕਿ ਸਾਨੂੰ ਪਤਾ ਕਿ ਜੋ ਸਾਡੀਆਂ ਲੋੜਾਂ ਨੇ ਉਹ ਅਨਲਿਮਿਟਡ ਹੁੰਦੀਆਂ। ਇੱਕ ਲੋੜ ਪੂਰੀ ਹੋ ਗਈ ਦੂਜੇ ਰਾਈਜ਼ ਹੋ ਜਾਣੀ ਹੈ, ਦੂਜੀ ਪੂਰੀ ਹੋਊਗੀ ਤੀਜੇ ਰਾਈਜ਼ ਹੋ ਜਾਣੀ ਹੈ, ਅੱਗੇ ਤੋਂ ਅੱਗੇ ਜਿਹੜੀਆਂ ਲੋੜਾਂ ਨੇ ਉਹ ਵੱਧਦੀਆਂ ਰਹਿੰਦੀਆਂ। ਪਰ ਸਾਨੂੰ ਪਤਾ ਕਿ ਜਿਨ੍ਹਾਂ ਸਾਧਨਾਂ ਦੇ ਨਾਲ ਅਸੀਂ ਉਹਨਾਂ ਲੋੜਾਂ ਨੂੰ ਪੂਰਾ ਕਰਨਾ ਹੈ ਉਹ ਸਾਡੇ ਕੋਲ ਲਿਮਿਟਡ ਹੁੰਦੇ ਆ, ਸੀਮਤ ਸਾਧਨ ਹੁੰਦੇ ਆ। ਜੇਕਰ ਅਸੀਂ ਪੈਸਿਆਂ ਦੀ ਵੀ ਗੱਲ ਕਰੀਏ ਤਾਂ ਸਾਡੇ ਕੋਲ ਲਿਮਿਟਡ ਪੈਸੇ ਹੁੰਦੇ ਆ। ਸੋ ਉਹ ਰਿਸੋਰਸਿਸ ਕੀ ਹੁੰਦੇ ਆ, ਵਿਦ ਆਲਟਰਨੇਟਿਵ ਯੂਜ਼, ਕਿ ਅਸੀਂ ਉਹਨਾਂ ਨੂੰ ਬਹੁਤ ਸਾਰੇ ਤਰ੍ਹਾਂ ਦੇ ਨਾਲ ਪ੍ਰਯੋਗ ਕਰ ਸਕਦੇ ਹਾਂ। ਸਪੋਜ਼ ਸਾਡੇ ਕੋਲ 500 ਰੁਪਏ ਹੈ, ਅਸੀਂ 500 ਰੁਪਏ ਨੂੰ ਕੀ ਹੈ ਬਹੁਤ ਤਰੀਕਿਆਂ ਨਾਲ ਯੂਜ਼ ਕਰ ਸਕਦੇ ਹਾਂ। ਅਸੀਂ ਉਹਦੇ ਨਾਲ ਮੋਬਾਈਲ ਰੀਚਾਰਜ ਕਰਵਾ ਸਕਦੇ ਹਾਂ, ਕੋਈ ਬੁੱਕ ਲੈ ਸਕਦੇ ਹਾਂ, ਕੋਈ ਸਟੇਸ਼ਨਰੀ ਦਾ ਹੋਰ ਸਮਾਨ ਲੈ ਸਕਦੇ ਹਾਂ, ਖਾਣਾ ਖਾ ਸਕਦੇ ਹਾਂ, ਰਾਸ਼ਨ ਦਾ ਸਮਾਨ ਲੈ ਸਕਦੇ ਹਾਂ, ਕਿਸੇ ਡਿਸ਼ ਦਾ ਰੀਚਾਰਜ ਕਰਵਾ ਸਕਦੇ ਹਾਂ, ਪੈਟਰੋਲ ਦਾ ਖਰਚਾ ਭਰ ਸਕਦੇ ਹਾਂ,
पर ਨੈਕਸਟ ਕੀ ਹੈ, ਸਾਨੂੰ ਪਤਾ ਕਿ ਸਾਡੇ ਲਈ ਇਹ ਸਾਰੀਆਂ ਚੀਜ਼ਾਂ ਜ਼ਰੂਰੀ ਨਹੀਂ ਹੈਗੀਆਂ। ਸਭ ਤੋਂ ਪਹਿਲਾਂ ਸਾਡੇ ਲਈ ਮੇਨ ਚੀਜ਼ ਕੀ ਹੈ, ਅਸੀਂ ਉਹਦੇ ਵਿੱਚੋਂ ਕੀ ਕਰਦੇ ਹਾਂ, ਚੂਜ਼ ਕਰਦੇ ਹਾਂ। ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਇਸ ਬਾਰੇ ਕਿ ਅਸੀਂ ਉਹਦੇ ਵਿੱਚੋਂ ਕੀ ਕਰਦੇ ਹਾਂ, ਚੂਜ਼ ਕਰਦੇ ਹਾਂ। ਇੰਨੇ ਸਾਰੀਆਂ ਰਿਸੋਰਸਿਸ ਦੀਆਂ ਜਿਹੜੀਆਂ ਅਸੀਂ ਪੂਰਾ ਕਰ ਸਕਦੇ ਹਾਂ ਆਪਣੀਆਂ ਲੋੜਾਂ ਨੂੰ, ਲੋੜਾਂ ਦੇ ਵਿੱਚੋਂ ਚੂਜ਼ ਕਰਦੇ ਹਾਂ ਜਦੋਂ ਅਰਾਈਜ਼ ਹੁੰਦੀ ਹੈ ਪ੍ਰੋਬਲਮ ਆਫ ਚੋਇਸ। ਇਹ ਸਭ ਤੋਂ ਪਹਿਲਾਂ ਸਾਡੇ ਲਈ ਮੇਨ ਪ੍ਰੋਬਲਮ ਕੀ ਹੈ ਜਾਂ ਮੇਨ ਲੋੜ ਕੀ ਹੈ, ਅਸੀਂ ਉਹਨੂੰ ਚੂਜ਼ ਕਰਕੇ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜਿਹੜੀ ਨੈਕਸਟ ਪ੍ਰੋਬਲਮ ਹੁੰਦੀ ਹੈ ਜਾਂ ਨੈਕਸਟ ਲੋੜ ਹੁੰਦੀ ਹੈ ਉਹਨੂੰ ਅਸੀਂ ਨੈਕਸਟ ਟਾਈਮ ਤੱਕ ਛੱਡ ਦਿੰਦੇ ਹਾਂ। ਸੋ ਰੋਬਿਨਸ ਦੀ ਡੈਫੀਨੇਸ਼ਨ ਦੇ ਅਕੋਰਡਿੰਗ ਇਕਨੋਮਿਕਸ ਕੀ ਹੈ ਕਿ ਸਾਡੇ ਜਦੋਂ ਸੀਮਤ ਸਾਧਨ ਹੁੰਦੇ ਹੈ ਪਰ ਜਿਹੜੀਆਂ ਲੋੜਾਂ ਹੁੰਦੀਆਂ ਸਾਡੀਆਂ ਅਸੀਮਤ ਹੁੰਦੀਆਂ ਅਤੇ ਰਿਸੋਰਸਿਸ ਨੂੰ ਕੀ ਹੈ ਅਸੀਂ ਫਿਰ ਬਹੁ ਵਿਕਲਪੀ ਜਾਂ ਆਲਟਰਨੇਟਿਵ ਯੂਜ਼ਸ ਦੇ ਨਾਲ ਯੂਜ਼ ਕਰ ਸਕਦੇ ਹਾਂ ਅਤੇ ਉਹਨਾਂ ਵਿੱਚੋਂ ਸਾਨੂੰ ਚੂਜ਼ ਕਰਨਾ ਪੈਂਦਾ ਹੈ ਕਿ ਅਸੀਂ ਸਭ ਤੋਂ ਪਹਿਲਾਂ ਕਿਹੜੀ ਲੋੜ ਨੂੰ ਪੂਰਾ ਕਰਨਾ ਹੈ। ਬਟ ਫਿਰ ਵੀ ਜਿੱਦਾਂ ਅਸੀਂ ਪਹਿਲਾਂ ਹੀ 2 ਪ੍ਰੋਬਲਮਸ ਦਾ ਕੀਤਾ ਸੀ ਜਾਂ 2 ਡੈਫੀਨੇਸ਼ਨਸ ਦਾ ਕੀਤਾ ਸੀ। ਕ੍ਰਿਟੀਸਿਜ਼ਮ ਕਿ ਬਾਕੀ 2 ਡੈਫੀਨੇਸ਼ਨਸ ਦੇ ਵਾਂਗ ਇਸ ਡੈਫੀਨੇਸ਼ਨ ਦੀਆਂ ਵੀ ਕ੍ਰਿਟੀਸਿਜ਼ਮ ਨੇ। ਕਹਿੰਦੇ ਅਸੀਂ ਪਹਿਲਾਂ ਵੀ ਸਾਨੂੰ ਪਤਾ ਹੀ ਸੀ ਕਿ ਸਾਡੀਆਂ ਲੋੜਾਂ ਅਨਲਿਮਿਟਿਡ ਹੁੰਦੀਆਂ, ਰਿਸੋਰਸਿਸ ਲਿਮਿਟਿਡ ਹੁੰਦੇ ਆ, ਉਹਨਾਂ ਦੇ ਆਲਟਰਨੇਟਿਵ ਯੂਜ਼ਸ ਹੁੰਦੇ ਆ ਅਤੇ ਅਸੀਂ ਉਹਨਾਂ ਦੇ ਵਿੱਚੋਂ ਚੂਜ਼ ਕਰਨਾ ਹੁੰਦਾ ਆ ਕਿ ਕਿਹੜੀ ਪ੍ਰੋਬਲਮ ਨੂੰ ਅਸੀਂ ਜਾਂ ਕਿਹੜੀ ਲੋੜ ਨੂੰ ਅਸੀਂ ਪਹਿਲਾਂ ਪੂਰਾ ਕਰੀਏ। ਬਟ ਕਹਿੰਦੇ ਰੋਬਿਨਸ ਨੇ ਕੀ ਹੈ, ਸੇਮ ਚੀਜ਼ ਜੋ ਐਡਮ ਸਮਿਥ ਨੇ ਦਿੱਤੀ ਸੀ ਉਹੀ ਇਹਨੇ ਰਿਪੀਟ ਕਰ ਦਿੱਤੀ ਹੈ। ਅਸੀਂ ਪਹਿਲਾਂ ਵੀ ਪੜ੍ਹਿਆ ਹੋਇਆ ਸੀ। ਇਹਨੇ ਕਿਸੇ ਵੀ ਤਰ੍ਹਾਂ ਦਾ ਸਾਨੂੰ ਕੋਈ ਸਲਿਊਸ਼ਨ ਨਹੀਂ ਦਿੱਤਾ। ਨੋ ਸਲਿਊਸ਼ਨ ਟੂ ਸੋਲਵ ਪ੍ਰੋਬਲਮ ਆਫ ਚੋਇਸ ਕਿ ਅਸੀਂ ਇਹਨਾਂ ਚੋਇਸ ਦੀਆਂ ਪ੍ਰੋਬਲਮਸ ਨੂੰ ਕਿੱਦਾਂ ਸੋਲਵ ਕਰ ਸਕਦੇ, ਇਹਦੇ ਬਾਰੇ ਤਾਂ ਸਾਨੂੰ ਕੋਈ ਸੋਲਿਊਸ਼ਨ ਦਿੱਤਾ ਹੀ ਨਹੀਂ ਇਸਨੇ। ਸੈਕਿੰਡ ਕੀ ਹੈ ਕਿ ਕਹਿੰਦੇ ਸਕੇਅਰਸਿਟੀ ਕਦੋਂ ਪੈਦਾ ਹੁੰਦੀ ਹੈ, ਜਦੋਂ ਕਿਸੇ ਵਸਤੂ ਦੀ ਜਿਹੜੀ ਡਿਮਾਂਡ ਆ ਉਹ ਸਪਲਾਈ ਤੋਂ ਵੱਧ ਹੋਵੇ। ਬਟ ਦਿਸ ਇਜ਼ ਆਲਸੋ ਰੋਂਗ। ਕਿਉਂਕਿ ਸਕੇਅਰਸਿਟੀ ਜਿਹੜੀ ਉਹ ਕਦੀ ਵੀ ਅਰਾਈਜ਼ ਹੋ ਸਕਦੀ ਹੈ ਜਦੋਂ ਪੋਵਰਟੀ, ਗਰੀਬੀ ਬਹੁਤ ਜ਼ਿਆਦਾ ਹੋ ਜਾਂਦੀ ਹੈ, ਬੇਰੁਜ਼ਗਾਰੀ ਬਹੁਤ ਜ਼ਿਆਦਾ ਹੋ ਜਾਂਦੀ ਹੈ, ਪਾਪੂਲੇਸ਼ਨ ਬਹੁਤ ਜ਼ਿਆਦਾ ਹੋ ਜਾਂਦੀ ਹੈ ਜਾਂ ਕੀਮਤਾਂ ਵਿੱਚ ਵਾਧਾ ਬਹੁਤ ਜ਼ਿਆਦਾ ਹੋ ਜਾਂਦਾ ਹੈ। ਉਦੋਂ ਵੀ ਬਹੁਤ ਸਾਰੇ ਲੋਕ ਹੈ ਜਿਹੜੀਆਂ ਕਿ ਆਪਣੀਆਂ ਲੋੜਾਂ ਨੂੰ ਪੂਰੀਆਂ ਨਹੀਂ ਕਰ ਪਾਉਂਦੇ। ਸੋ ਉਹਨਾਂ ਦੇ ਲਈ ਉਦੋਂ ਉਹ ਸਕੇਅਰਸਿਟੀ ਦੀ ਦੁਰਲਭਤਾ ਦੀ ਸਿਚੁਏਸ਼ਨ ਬਣ ਜਾਂਦੀ ਹੈ। ਸੋ ਇਕੱਲਾ ਇਹ ਕਹਿਣਾ ਕਿ ਕਿਸੇ ਵਸਤੂ ਦੀ ਜਿਹੜੀ ਡਿਮਾਂਡ ਆ ਜਦੋਂ ਵੱਧ ਹੁੰਦੀ ਹੈ ਸਪਲਾਈ ਤੋਂ ਤਾਂ ਹੀ ਸਕੇਅਰਸਿਟੀ ਅਰਾਈਜ਼ ਹੁੰਦੀ ਹੈ, ਦੈਟਸ ਰੋਂਗ। ਇਹਦੇ ਹੋਰ ਵੀ ਬਹੁਤ ਸਾਰੇ ਰੀਜ਼ਨ ਹੁੰਦੇ ਆ ਜਿਹਦੇ ਕਰਕੇ ਜਿਹੜੀ ਹੈ ਸਕੇਅਰਸਿਟੀ ਹੈ ਉਹ ਅਰਾਈਜ਼ ਹੋ ਸਕਦੀ ਹੈ। ਸੋ ਨੈਕਸਟ ਜਿਹੜੀ ਹੈ ਲਾਸਟ ਡੈਫੀਨੇਸ਼ਨ ਅਸੀਂ ਕਰਾਂਗੇ ਉਹ ਹੈ ਗਿਵਨ ਬਾਈ ਸੈਮੂਅਲਸਨ ਐਂਡ ਪੀਟਰਸਨ। ਜਿੱਦਾਂ ਆਪਾਂ ਪਹਿਲਾਂ ਬੁੱਕਸ ਦੇ ਨਾਮ ਕੀਤੇ ਆ, ਇਹਦੇ ਵਿੱਚ ਬੁੱਕ ਦਾ ਨਾਮ ਨਹੀਂ ਹੈ। 1992 ਦੇ ਵਿੱਚ ਸੈਮੂਅਲਸਨ ਨੇ ਇੱਕ ਆਪਣਾ ਆਰਟੀਕਲ ਛਾਪਿਆ ਸੀ ਜਿਹਦੇ ਵਿੱਚ ਉਹਨੇ ਆਪਣੀ ਨੈਕਸਟ ਡੈਫੀਨੇਸ਼ਨ ਦਿੱਤੀ ਸੀ ਜਿਹਨੂੰ ਕਹਿੰਦੇ ਨੇ ਗਰੋਥ ਓਰੀਐਂਟਡ ਡੈਫੀਨੇਸ਼ਨ ਜਾਂ ਸਿਰਫ ਗਰੋਥ ਡੈਫੀਨੇਸ਼ਨ, ਜਿਹਨੂੰ ਬੋਲਦੇ ਨੇ ਵਿਕਾਸ ਕੇਂਦਰਿਤ ਪਰਿਭਾਸ਼ਾ। ਇਹਨੇ ਕੀ ਕੀਤਾ ਹੈ, ਜਿਹੜੀਆਂ 2 ਡੈਫੀਨੇਸ਼ਨਸ ਕੀਤੀਆਂ ਸੀ ਆਪਾਂ ਮਾਰਸ਼ਲ ਦੀ ਵੈਲਥ ਪਲੱਸ ਰੋਬਿਨਸ ਦੀ ਸਕੇਅਰਸਿਟੀ ਡੈਫੀਨੇਸ਼ਨ, ਦੋਨਾਂ ਨੂੰ ਕੰਬਾਈਨ ਕੀਤਾ। ਸਕੇਅਰਸਿਟੀ ਡੈਫੀਨੇਸ਼ਨ ਦੇ ਵਿੱਚ ਅਸੀਂ ਪਹਿਲੇ ਕਰ ਚੁੱਕੇ ਹਾਂ ਕਿ ਵਾਂਟਸ ਲੋੜਾਂ ਅਨਲਿਮਿਟਿਡ ਹੁੰਦੀਆਂ ਨੇ, ਰਿਸੋਰਸਿਸ ਲਿਮਿਟਿਡ ਹੁੰਦੇ ਨੇ, ਰਿਸੋਰਸਿਸ ਦੇ ਆਲਟਰਨੇਟਿਵ ਯੂਜ਼ਸ ਹੁੰਦੇ ਨੇ, ਲਾਸਟ ਦੇ ਵਿੱਚ ਹੁੰਦਾ ਹੈ ਪ੍ਰੋਬਲਮ ਆਫ ਚੋਇਸ। ਇੱਦਾਂ ਸਾਨੂੰ ਪਤਾ ਕਿ ਇਹਨੇ ਗੱਲ ਕੀਤੀ ਸੀ ਵੈਲਫੇਅਰ ਦੀ।
ਵੈਲਫੇਅਰ ਪਲੱਸ ਸਕੇਰਸਿਟੀ। ਠੀਕ ਹੈ, ਸੋ ਇਹਦੇ ਵਿੱਚ ਕੀ ਹੈ, ਇਹਨਾਂ ਨੇ ਗੱਲ ਕੀਤੀ ਸੀ ਵੈਲਫੇਅਰ ਦੀ ਕਿ ਅਸੀਂ ਕਿਸ ਤਰ੍ਹਾਂ ਹਿਊਮਨ ਬੀਇੰਗਸ ਦਾ ਵੈਲਫੇਅਰ ਕਰ ਸਕਦੇ ਹਾਂ। ਗਰੋਥ ਓਰੀਐਂਟਡ ਡੈਫੀਨੇਸ਼ਨ ਦੇ ਵਿੱਚ ਕੀ ਹੈ ਕਿ ਸਾਨੂੰ ਆਹ ਚੀਜ਼ਾਂ ਦਾ ਪਤਾ ਹੈ। ਇਹਦੇ ਵਿੱਚ ਅਸੀਂ ਕੀ ਕਰਦੇ ਹਾਂ, ਇਹਨਾਂ ਵਿੱਚੋਂ ਚੂਜ਼ ਕਰਦੇ ਹਾਂ ਕਿਹੜੀਆਂ ਵਸਤੂਆਂ ਦੀ ਜਾਂ ਕਿਹੜੀਆਂ ਲੋੜਾਂ ਦੀ ਚੋਇਸ ਕਰਨੀ ਹੈ ਜਿਹਦੇ ਨਾਲ ਸਾਡਾ ਜਿਹੜਾ ਵੈਲਫੇਅਰ ਹੈ ਜਾਂ ਸਮਾਜਿਕ ਕਲਿਆਣ ਹੈ ਉਹ ਮੈਕਸੀਮਾਈਜ਼ ਵੱਧ ਤੋਂ ਵੱਧ ਹੋ ਸਕੇ। ਕਿ ਜੇਕਰ ਅਸੀਂ ਪੈਸੇ ਖਰਚਣੇ ਆ ਤਾਂ ਅਸੀਂ ਆਪਣੇ ਪੈਸਿਆਂ ਨੂੰ ਉਹਨਾਂ ਵਸਤੂਆਂ 'ਤੇ ਖਰਚਾਂਗੇ ਜਿਹਦੇ ਨਾਲ ਸਾਨੂੰ ਵੱਧ ਤੋਂ ਵੱਧ ਸੰਤੁਸ਼ਟੀ ਹੁੰਦੀ ਹੈ। ਇਹ ਨਹੀਂ ਕਿ ਜੇ ਸਾਡੇ ਕੋਲ 500 ਰੁਪਏ ਹੈ ਤਾਂ ਅਸੀਂ ਉਹਦੇ ਨਾਲ ਮੋਬਾਈਲ ਰੀਚਾਰਜ ਕਰਵਾ ਲਈਏ। ਠੀਕ ਹੈ, ਸਾਨੂੰ ਪਤਾ ਸਾਨੂੰ ਸਭ ਤੋਂ ਪਹਿਲਾਂ ਲੋੜ ਕੀ ਹੈ, ਰਾਸ਼ਨ ਦੀ, ਖਾਣੇ ਦੀ। ਸੋ ਅਸੀਂ ਆਪਣੇ ਪੈਸਿਆਂ ਨੂੰ ਇਸ ਤਰ੍ਹਾਂ ਖਰਚ ਕਰਾਂਗੇ ਕਿ ਸਾਨੂੰ ਵੱਧ ਤੋਂ ਵੱਧ ਸੰਤੁਸ਼ਟੀ ਪ੍ਰਾਪਤ ਹੋਵੇ। ਉਹਦੇ ਵਿੱਚ ਕੀ ਹੈ, ਡੈਫੀਨੇਸ਼ਨ ਦੀ ਗੱਲ ਕੀਤੀ ਸੀ ਵੈਲਫੇਅਰ ਆਫ ਓਨਲੀ ਸੋਸ਼ਲ ਬੀਇੰਗ। ਠੀਕ ਹੈ, ਸਮਾਜਿਕ ਮੈਨ ਦੀ, ਜਦ ਕਿ ਇਹਦੇ ਵਿੱਚ ਕੀ ਹੈ, ਸਿਰਫ ਕੀ ਹੈ, ਅਸੀਂ ਕੀ ਕਰਨਾ, ਪ੍ਰੈਜੈਂਟ ਐਂਡ ਫਿਊਚਰ ਜਨਰੇਸ਼ਨ ਦੋਨਾਂ ਦੇ ਹੀ ਕਲਿਆਣ ਦੀ, ਦੋਨਾਂ ਦੇ ਹੀ ਵੈਲਫੇਅਰ ਦੀ ਗੱਲ ਕੀਤੀ ਜਾਂਦੀ ਹੈ। ਤੁਸੀਂ ਇਹ ਪਹਿਲਾਂ ਵੀ ਪੜ੍ਹਿਆ ਹੋਇਆ ਹੋਣਾ 10th ਦੇ ਵਿੱਚ, ਧਾਰਨੀ ਵਿਕਾਸ, ਇੱਕ ਹੈ 2 ਨੰਬਰ ਦੇ ਲਈ, ਜਿਹਨੂੰ ਇੰਗਲਿਸ਼ ਦੇ ਵਿੱਚ ਬੋਲਦੇ ਸਸਟੇਨੇਬਲ ਡਿਵੈਲਪਮੈਂਟ। ਉਹਦੇ ਵਿੱਚ ਕੀ ਹੁੰਦਾ ਕਿ ਜੋ ਵੀ ਅਸੀਂ ਰਿਸੋਰਸਿਸ ਅੱਜ ਅਸੀਂ ਯੂਜ਼ ਕਰ ਰਹੇ ਹਾਂ, ਪ੍ਰੈਜੈਂਟ ਜਨਰੇਸ਼ਨ ਯੂਜ਼ ਕਰ ਰਹੀ ਹੈ, ਉਹ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਯੂਜ਼ ਕਰੇ ਜਾਂ ਮੇਨਟੇਨ ਕਰਕੇ ਰੱਖ ਸਕੇ ਕਿ ਨੈਕਸਟ ਜਨਰੇਸ਼ਨ ਨੂੰ ਵੀ ਉਹਦਾ ਸੇਮ ਬੈਨੀਫਿਟ ਮਿਲ ਸਕੇ। ਇਹ ਨਹੀਂ ਕਿ ਅੱਜ ਅਸੀਂ ਸਪੋਜ਼ ਸਾਡੇ ਕੋਲ 1000 ਰੁਪਏ ਹੈ ਤਾਂ ਸਾਡੇ ਕੋਲ 1000 ਹੈ ਤਾਂ ਅਸੀਂ ਆਪਣੀ ਜਿਹੜੀ ਫਿਊਚਰ ਜਨਰੇਸ਼ਨ ਆ ਉਹਦੇ ਲਈ 1000 ਦੇ ਵਿੱਚੋਂ ਸਿਰਫ 900 ਛੱਡੀਏ। ਜੇਕਰ ਅਸੀਂ 1000 ਨੂੰ ਵਧਾ ਕੇ ਨਹੀਂ ਦੇ ਸਕਦੇ ਤਾਂ ਸਾਨੂੰ ਕੋਈ ਹੱਕ ਨਹੀਂ ਹੈ ਜਾਂ ਅਸੀਂ ਉਹਨੂੰ ਘਟਾ ਕੇ ਵੀ ਨਹੀਂ ਦੇ ਸਕਦੇ। ਸੋ ਜਦੋਂ ਪ੍ਰੈਜੈਂਟ ਅਤੇ ਫਿਊਚਰ ਜਨਰੇਸ਼ਨ ਦੋਨਾਂ ਦਾ ਵੈਲਫੇਅਰ ਇਨਕਲੂਡ ਕੀਤਾ ਜਾਂਦਾ ਹੈ, ਉਹਨੂੰ ਬੋਲਦੇ ਸਸਟੇਨੇਬਲ ਡਿਵੈਲਪਮੈਂਟ, ਧਾਰਨੀ ਵਿਕਾਸ, ਜੋ ਕਿ ਸੈਮਿਲਸਨ ਨੇ ਆਪਣੀ ਡੈਫੀਨੇਸ਼ਨ ਦੇ ਵਿੱਚ ਕਿਹਾ ਕਿ ਸਾਨੂੰ ਪਤਾ ਹੈ ਰਿਸੋਰਸਿਸ ਅਨਲਿਮਿਟਡ ਹੁੰਦੇ ਨੇ, ਰਿਸੋਰਸਿਸ ਲਿਮਿਟਡ ਹੁੰਦੇ ਨੇ, ਜਿਹੜੀਆਂ ਸਾਡੀਆਂ ਲੋੜਾਂ ਉਹ ਅਨਲਿਮਿਟਡ ਹੁੰਦੀਆਂ ਨੇ। ਅਸੀਂ ਕਿੱਦਾਂ ਆਲਟਰਨੇਟਿਵ ਯੂਜ਼ਸ ਦੇ ਵਿੱਚੋਂ ਚੂਜ਼ ਕਰਨਾ, ਕਿਹੜੀ ਲੋੜ ਨੂੰ ਪਹਿਲਾਂ ਪੂਰਾ ਕਰੀਏ ਔਰ ਉਸ ਲੋੜ ਨੂੰ ਜਾਂ ਉਹਨਾਂ ਰਿਸੋਰਸਿਸ ਨੂੰ ਚੂਜ਼ ਵੀ ਇਸ ਤਰ੍ਹਾਂ ਕਰਨਾ ਕਿ ਸਾਡਾ ਜਿਹੜਾ ਵੈਲਫੇਅਰ ਹੈ ਪ੍ਰੈਜੈਂਟ ਅਤੇ ਫਿਊਚਰ ਜਨਰੇਸ਼ਨ ਦਾ ਉਹ ਵੱਧ ਤੋਂ ਵੱਧ ਹੋ ਸਕੇ। ਸੋ ਫਾਈਨਲੀ ਪੱਕੀ ਕਹਿ ਸਕਦੇ ਹਾਂ ਕਿ ਇਕਨੋਮਿਕਸ ਇੱਦਾਂ ਦਾ ਸਬਜੈਕਟ ਹੈ ਜੋ ਕਿ ਸਾਡੀਆਂ ਅਨਲਿਮਿਟਡ ਵਾਂਟਸ, ਅਸੀਮਤ ਲੋੜਾਂ ਦੀ, ਲਿਮਿਟਡ ਰਿਸੋਰਸਿਸ, ਸੀਮਿਤ ਸਾਧਨਾਂ ਦੀ, ਵਿਦ ਆਲਟਰਨੇਟਿਵ ਯੂਜ਼ਸ, ਵਿਕਲਪਿਕ ਪ੍ਰਯੋਗਾਂ ਦੇ ਨਾਲ ਸਟੱਡੀ ਕਰਦਾ ਹੈ ਅਤੇ ਸਾਨੂੰ ਦੱਸਦਾ ਹੈ ਹਾਊ ਟੂ ਚੂਜ਼ ਰਿਸੋਰਸਿਸ ਐਂਡ ਆਰ ਨੀਡਸ ਔਰ ਵਾਂਟਸ, ਕਿ ਆਪਾਂ ਕਿਸ ਤਰ੍ਹਾਂ ਪ੍ਰੋਬਲਮ ਆਫ ਚੋਇਸ ਨੂੰ ਪੂਰਾ ਕਰਨਾ ਹੈ, ਕਿਹੜੀਆਂ ਲੋੜਾਂ ਨੂੰ ਪਹਿਲਾਂ ਪੂਰਾ ਕਰਨਾ ਹੈ। ਅਤੇ ਨਾਲ ਹੀ ਜੇ ਅਸੀਂ ਵੈਲਫੇਅਰ ਵੀ ਦੇਖਣਾ ਹੈ, ਉਹ ਵੀ ਸਿਰਫ ਕੀ ਹੈ, ਫਿਊਚਰ ਜਨਰੇਸ਼ਨ ਦਾ ਹੀ ਨਹੀਂ ਜਾਂ ਪ੍ਰੈਜੈਂਟ ਜਨਰੇਸ਼ਨ ਦਾ ਹੀ ਨਹੀਂ, ਸਗੋਂ ਦੋਨੋਂ ਹੀ ਜਨਰੇਸ਼ਨਸ ਦਾ ਜਿਹੜਾ ਵੈਲਫੇਅਰ ਹੈ ਉਹਨੂੰ ਮੈਕਸੀਮਾਈਜ਼ ਕਰਨਾ ਹੈ। ਥੈਂਕ ਯੂ।